उसका 3 अध्याय और पहला वचन कुलसियां, उसका 3 अध्याय और पहला वचन पढ़ांगे। नवी जिंदगी ਦੀਆਂ ਜ਼ਿੰਮੇਵਾਰੀਆਂ। ਹਾਲੇਲੂਇਆ 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 ਹਾਲੇਲੂਇਆ। ਤੁਸੀਂ ਜਾਣਦੇ ਹੋ ਕਿ ਨਵੀਂ ਜ਼ਿੰਦਗੀ ਕੀ ਹੁੰਦੀ ਹੈ? ਜਦੋਂ ਦੁਨੀਆ ਦੇ ਵਿੱਚ ਇਦਾਂ ਭਟਕਦੇ ਫਿਰਦੇ ਆ, ਜਾਣਨਾ ਕਰਦੇ ਆ ਕਿ ਪ੍ਰਭੂ ਯਿਸੂ ਮਸੀਹ ਜੇ ਸਾਨੂੰ ਸੱਚਾ ਪਰਮੇਸ਼ਰ ਉਹਦੀ ਖੋਜ ਦੇ ਵਿੱਚ ਹੁੰਦੇ ਆ ਕਿ ਕੋਈ ਐਸਾ ਪਰਮੇਸ਼ਰ ਹੋਵੇ ਜਿਸ ਉੱਤੇ ਸਾਨੂੰ ਪੂਰਾ ਵਿਸ਼ਵਾਸ ਹੋਵੇ, ਜਿਸ ਉੱਤੇ ਸਾਡੀਆਂ ਜ਼ਿੰਮੇਵਾਰੀਆਂ ਹੋਣ, ਜੋ ਸਾਡੀ ਪਰਵਾਹ ਕਰਦਾ ਹੈ। ਐਸਾ ਪਰਮੇਸ਼ਰ ਜੋ ਆਪਣੇ ਬੇਟੇ ਬੇਟੀਆਂ ਨੂੰ ਪਿਆਰ ਕਰਦਾ, ਉਹਨਾਂ ਵਾਸਤੇ ਸਭ ਕੁਝ ਕਰ ਸਕਦਾ। ਹਾਲੇਲੂਇਆ ਹਾਲੇਲੂਇਆ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਲਾਈਫ ਦੇ ਵਿੱਚ ਆਉਂਦੇ ਆ ਤਾਂ ਉਹ ਸਾਡੀ ਇੱਕ ਨਵੀਂ ਜ਼ਿੰਦਗੀ ਹੁੰਦੀ ਹੈ ਜਿਸ ਦੇ ਵਿੱਚ ਅਸੀਂ ਚੱਲਣਾ ਸ਼ੁਰੂ ਕਰਦੇ ਹਾਂ। ਹਾਲੇਲੂਇਆ ਹਾਲੇਲੂਇਆ। ਔਰ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਚੱਲਦੇ ਆ ਤਾਂ ਸਾਡੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਆ, ਸਾਡੇ ਕੁਝ ਫਰਜ਼ ਹੁੰਦੇ ਆ ਜੋ ਅਸੀਂ ਇਹ ਨਵੀਂ ਜ਼ਿੰਦਗੀ ਦੇ ਵਿੱਚ ਰਹਿ ਕੇ ਨਿਭਾਉਂਦੇ ਆ। ਹਾਲੇਲੂਇਆ ਹਾਲੇਲੂਇਆ। ਸੋ ਕੁਲਸੀਆਂ ਅਸੀਂ ਵਚਨ ਗੌਰ ਨਾਲ ਸੁਣਾਂਗੇ। ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ, ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਪਾਸੇ ਬੈਠਾ ਹੈ। ਹਾਲੇਲੂਇਆ 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 ਹਾਲੇਲੂਇਆ। ਵਚਨ ਕੀ ਕਹਿੰਦਾ ਆ ਕਿ ਜੇ ਅਸੀਂ ਮਸੀਹ ਦੇ ਨਾਲ ਜਿਵਾਏ ਗਏ, ਪਹਿਲਾਂ ਅਸੀਂ ਕੀ ਸੀ? ਮੁਰਦੇ। ਹਾਲੇਲੂਇਆ ਹਾਲੇਲੂਇਆ। ਦੁਨੀਆ ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਆਉਂਦੇ ਆ, ਹਰ ਇੱਕ ਇਨਸਾਨ ਪਰਮੇਸ਼ਰ ਤੋਂ ਅਣਜਾਣ ਹੁੰਦਾ ਹੈ, ਉਸਨੂੰ ਕੋਈ ਨਾ ਕੋਈ ਰਾਸਤਾ ਜ਼ਰੂਰ ਦਿਖਾਉਂਦਾ ਹੈ। ਬੱਚੇ ਦਾ ਮਾਂ-ਬਾਪ ਜਦੋਂ ਉਸਨੂੰ ਪਰਮੇਸ਼ਰ ਦੀ ਅੱਛੀ ਸਿੱਖਿਆ ਦਿੰਦਾ ਹੈ ਤਾਂ ਉਹ ਵੱਡਾ ਹੋ ਕੇ ਉਸੇ ਸਿੱਖਿਆ ਦੇ ਵਿੱਚ ਚੱਲਦਾ ਹੈ। ਉਸਨੂੰ ਅੱਛੀ ਸਿੱਖਿਆ ਦਿੱਤੀ ਗਈ ਹੁੰਦੀ ਆ ਔਰ ਉਹ ਹੌਲੀ-ਹੌਲੀ ਅਗਰ ਪਰਮੇਸ਼ਰ ਦੇ ਵਿੱਚ ਚੱਲਦਾ ਰਹਿੰਦਾ ਹੈ ਤਾਂ ਉਹ ਉਹਨਾਂ ਚਿਰ ਜਿਉਂਦਾ ਨਹੀਂ ਹੁੰਦਾ। ਵਚਨ ਵੀ ਸੁਣੇਗਾ, ਪ੍ਰਾਰਥਨਾ ਵੀ ਕਰੇਗਾ, ਉਹਦਾ ਜਿਹੜਾ ਜੀਵਨ ਆ ਉਹ ਮੁਰਦਾ ਰਹੇਗਾ। ਕਿਉਂ? ਕਿਉਂਕਿ ਜਿਹੜਾ ਉਸਨੇ ਨਵਾਂ ਜੀਵਨ ਆ ਪਰਮੇਸ਼ਰ ਦੇ ਵਿੱਚ ਹਜੇ ਤੱਕ ਨਹੀਂ ਪਾਇਆ। ਸਾਰਾ ਕੁਝ ਨੌਲੇਜ ਹੁੰਦਿਆਂ ਸਾਰ ਉਸਨੇ ਇੱਕ ਚੀਜ਼ ਦੀ ਉਹ ਤੋਂ ਘੱਟ ਹੁੰਦੀ ਹੈ ਜਾਂ ਦੋ ਚੀਜ਼ ਦੀ ਕਹਿ ਸਕਦੇ ਆ। ਸਭ ਤੋਂ ਪਹਿਲਾਂ ਕਿ ਜਦੋਂ ਪਰਮੇਸ਼ਰ ਦੇ ਵਿੱਚ ਆਉਂਦਾ ਹੈ ਤੇ ਜਦ ਤੱਕ ਉਹਦਾ ਬਪਤਿਸਮਾ ਨਹੀਂ ਹੁੰਦਾ, ਉਹਦਾ ਨਵੇਂ ਸਿਰੇ ਤੋਂ ਜਨਮ ਨਹੀਂ ਹੁੰਦਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਉਹ ਇਨਸਾਨ ਕੀ ਆ? ਮੁਰਦਾ ਆ। ਤੁਸੀਂ ਜਾਣਦੇ ਹੋ ਕਿ ਜਦੋਂ ਪ੍ਰਭੂ ਯਿਸੂ ਮਸੀਹ ਦੀ ਪਰੀਖਿਆ ਹੁੰਦੀ ਆ, ਉਸ ਤੋਂ ਪਹਿਲਾਂ ਕੀ ਹੋਇਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਬਪਤਿਸਮਾ ਲਿਆ, ਬਪਤਿਸਮਾ ਲੈਣ ਤੋਂ ਬਾਅਦ ਜਦੋਂ ਪਾਣੀ ਤੋਂ ਬਾਹਰ ਹੁੰਦੇ ਆ ਤੇ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਠਹਿਰਿਆ। ਹਾਲੇਲੂਇਆ ਹਾਲੇਲੂਇਆ। ਪਵਿੱਤਰ ਆਤਮਾ ਉਦੋਂ ਠਹਿਰਿਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਬਪਤਿਸਮਾ ਲਿਆ। ਹਾਲੇਲੂਇਆ ਹਾਲੇਲੂਇਆ। ਕਿਉਂ? ਕਿਉਂਕਿ ਪਹਿਲਾਂ ਪ੍ਰਭੂ ਯਿਸੂ ਮਸੀਹ ਆਪਣਾ ਕੰਮ ਕਰ ਰਹੇ ਸੀ, ਵਚਨ ਸੁਣਾ ਰਹੇ ਸੀ, ਉਪਦੇਸ਼ ਕਰ ਰਹੇ ਸੀ, ਲੇਕਿਨ ਉਹ ਆਤਮਾ ਹਜੇ ਤੱਕ ਪਰਮੇਸ਼ਰ ਦੇ ਵਿੱਚ ਐਂਟਰੀ ਨਹੀਂ ਸੀ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਉਹ ਰਸਮ ਜਦੋਂ ਪ੍ਰਭੂ ਯਿਸੂ ਮਸੀਹ ਨੇ ਪੂਰੀ ਕੀਤੀ ਤਾਂ ਆਤਮਾ ਉਹਦੇ ਸਰੀਰ ਤੇ ਠਹਿਰਿਆ। ਹਾਲੇਲੂਇਆ 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 ਹਾਲੇਲੂਇਆ। ਫਿਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦੀ ਪਰੀਖਿਆ ਹੋਈ, 40 ਦਿਨਾਂ ਦੀ ਪਰੀਖਿਆ ਹੋਈ। ਸਮਝੇ? ਕਿੰਨੇ ਜਾਣੇ ਇਸ ਗੱਲ ਨੂੰ ਸਮਝੇ ਆ? ਹਾਲੇਲੂਇਆ ਹਾਲੇਲੂਇਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰਭੂ ਯਿਸੂ ਮਸੀਹ ਉਦੋਂ ਨੌਲੇਜ ਹੁੰਦਿਆਂ ਸਾਰ ਵੀ ਉਹ ਇੱਕ ਮੁਰਦਾ ਸਰੀਰ ਦੀ ਤਰ੍ਹਾਂ ਇਨਸਾਨ ਹੈ। ਨਹੀਂ, ਕਿਉਂਕਿ ਉਹ ਪ੍ਰਭੂ ਯਿਸੂ ਮਸੀਹ ਉਹ ਇਸ ਦੁਨੀਆ ਤੋਂ ਵੱਖਰੇ ਆ। ਉਹ ਆਤਮਾ ਦੇ ਵਿੱਚ ਉਦੋਂ ਤੱਕ ਨਹੀਂ ਆਏ ਜਦੋਂ ਤੱਕ ਉਹਨਾਂ ਦਾ ਕੰਮ ਪੂਰਾ ਨਹੀਂ ਹੋਇਆ, ਜਦੋਂ ਤੱਕ ਉਹਨਾਂ ਨੇ ਬਪਤਿਸਮਾ ਨਹੀਂ ਲਿਆ, ਨਵੇਂ ਸਿਰੇ ਤੋਂ ਜਨਮ ਨਹੀਂ ਲਿਆ, ਸ਼ਰਨ ਨੂੰ ਪੂਰਾ ਨਹੀਂ ਕੀਤਾ, ਉਦੋਂ ਤੱਕ ਆਤਮਾ ਉਹਦੇ ਸਰੀਰ ਦੇ ਅੰਦਰ ਨਹੀਂ ਆਈ। ਹਾਲੇਲੂਇਆ 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 ਹਾਲੇਲੂਇਆ। ਔਰ ਇਨਸਾਨ ਵੀ ਆਤਮਾ ਤੋਂ ਬਿਨਾ ਅਧੂਰਾ ਆ। ਹਾਲੇਲੂਇਆ। ਜਿੰਨਾ ਚਿਰ ਉਹਦੇ ਸਰੀਰ ਦੇ ਅੰਦਰ ਪਰਮੇਸ਼ਰ ਦਾ ਪਵਿੱਤਰ ਆਤਮਾ ਮੌਜੂਦ ਨਹੀਂ ਆ, ਉਹ ਇਨਸਾਨ ਕੀ ਆ? ਮੁਰਦਾ ਹੈ। ਆਤਮਾ ਤਾਂ ਇਨਸਾਨ ਦੇ ਅੰਦਰ ਪਾਈ ਗਈ ਹੈ, ਜੋ ਇਨਸਾਨ ਦੇ ਅੰਦਰ ਬੋਲਦਾ ਹੈ ਪਰਮੇਸ਼ਰ ਦਾ ਆਤਮਾ ਨਹੀਂ, ਬਲਕਿ ਉਹ ਆਤਮਾ ਜੋ ਸਰੀਰ ਦੇ ਉਹਦੇ ਅੰਦਰ ਪਾਇਆ ਗਿਆ ਹੈ। ਹਾਲੇਲੂਇਆ। ਲੇਕਿਨ ਉਸ ਤੋਂ ਇਲਾਵਾ ਪਰਮੇਸ਼ਰ ਦਾ ਆਤਮਾ ਹੋਣਾ ਵੀ ਤੁਹਾਡੇ ਅੰਦਰ ਜ਼ਰੂਰੀ ਆ। ਹਾਲੇਲੂਇਆ ਹਾਲੇਲੂਇਆ।
जिवाए गए हो। उदों जदों असी बपतिस्मा लेने आ तां असी ओहदे विच जिवाए जांदे। जदों पानी के अंदर इंसान की एंट्री की जाती है, जदों उसनूं पूरी तरह पानी के अंदर डुबाया जाता तो इंसान की उस टाइम मरदा है। हालेलुया। ओहदे पाप जो ओहदे गलतियां ओहदे गुनाह जो उसने कीते हुंदे, जदों उसनूं पानी के अंदर उसनूं रखिया जांदा आ, उसनूं पूरा डुबाया जाता तो उस सारे का सारा उस टाइम खत्म हुंदा। ओहदा पूरा ओहदा जो पाप का जो गठरी जो बची हुंदी है, उस सारी गलतियां ओहदी उस टाइम मर जांदियां। हालेलुया। हालेलुया। उस टाइम वो ये चीज महसूस करता है कि वो परमेश्वर के नाल मर चुका है। तुसीं जानदे हो प्रभु यीशु मसीह ने जदों मारिया गया, शुक्रवार दिन उसनूं पकड़ के उसनूं मार के कबर दे विच दफनाया गया ते असीं की उस टाइम दफनाए जाने आ। हालेलुया। उदों इकरार किया जाता है, बपतिस्मे तो पहला तुहाडा इकरारनामा हुंदा है, उस वादे नूं पूरा करना है और जिंदगी भर पूरा करना है। जिंदगी भर हर कोई नहीं निभाता। बपतिस्मा लैके वो की करदे, गलतियां करदे आ, ਉਹ ਜਾਦੀਆਂ ਗਲਤੀਆਂ ਕਰਦੇ ਆ, ਆਪਣੇ ਸ਼ਰੀਰ ਨੂੰ ਦੁਬਾਰਾ ਉਸੇ ਲਾਈਫ ਦੇ ਵਿੱਚ ਲੈ ਕੇ ਜਾਂਦੇ ਜਿੱਥੋਂ ਨਿਕਲੇ ਹੁੰਦੇ ਆ। ਹਾਲੇਲੂਇਆ। ਔਰ ਪਰਮੇਸ਼ਰ ਦਾ ਵਚਨ ਵੀ ਕਹਿੰਦਾ ਆ ਕਿ ਜੇ ਮਸੀਹ ਦੇ ਵਿੱਚ ਜਿਵਾਏ ਗਏ ਹੋ, ਤੁਸੀਂ ਸੋਚਦੇ ਆ ਕਿ ਅਸੀਂ ਮਸੀਹ ਦੇ ਵਿੱਚ ਜਿਵਾਏ ਗਏ ਆ, ਤਾਂ ਉਹ ਪਰਮੇਸ਼ਰ ਦੇ ਵੱਲ ਉਹਦੀਆਂ ਉੱਪਰਲੀਆਂ ਗੱਲਾਂ ਵੱਲ ਧਿਆਨ ਦਿੰਦਾ ਹੈ। ਉਤਾਹਾਂ ਦੀਆਂ ਗੱਲਾਂ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ। परमेश्वर ने सानू की सिखाया? ऊपर दियां गल्लां जो सानू स्वर्गी गल्लां सिखाईयां गईयां ओदे मगर लगे रहो। हालेलुया। परमेश्वर ने कहा कि प्यार परमेश्वर है और एक दूसरे नू प्यार करो, अपने आप नू अपने गुआंढी जिहा अपने आप दे विच एक भैन भरावां जिहा प्यार करो। उन्हां नू उन्हां दी जरूरतां अनुसार उन्हां दे विच दर्दमंदी हो, उन्हां दे दर्द नू समझो। अगर उन्हें कोई प्रॉब्लम है, परेशानी, तो उसनु समझो, उसनु हल करो। हालेलुया। 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 परमेश्वर ने सिखाया है कि जो इंसान परमेश्वर विच चलदा है वो अपना दुख तो भुल जाता है, लेकिन अगर किसी नू तकलीफ आ, किसी नू कोई प्रॉब्लम आ तो ओदी जरूर हल करने की कोशिश करता है। किसी दी तकलीफ हल करदा तो परमेश्वर ओदी ऑटोमेटिकली चीज नू हल कर दिंदा है। हालेलुया। उताहां दीयां गल्लां दे कहंदा मगर लगे रहो, जिथे मसीह परमेश्वर के सज्जे पासे बैठा है। उताहा कौन है? मसीह परमेश्वर के सज्जे पासे बैठा है। हालेलुया। हालेलुया। साडा मसीह जो इस दुनिया दे विच आया, इस दुनिया के वास्ते आया क्यों? क्योंकि लोग बचाए जान। और जान तो पहला परमेश्वर ने एक वादा किया कि मैं तुहानू अपने नाल लेके जावांगा। एक टाइम है, अगर मैं जा रहा हाँ तो तुहाडे वास्ते मैं उस जगह तैयार करन जाना है जिथे दे तुसी हो, और मैं जिथे दा हां मैं उस जगह दे विच जा रहा है, क्योंकि मैनू परमेश्वर ने भेजा तुहानू परमेश्वर की खुशखबरी का प्रचार सुनावां। और अगर तुसी परमेश्वर दे विच चलदे हो तो मेरे नाल मेरे उस घर दे विच होवोगे। हालेलुया। हालेलुया। असी परमेश्वर दे उस घर दे वारिस हां, लेकिन असी वारिस समझदे नहीं कि असी उस घर दे वारिस हां। हालेलुया। परमेश्वर कहता कि तुसी उस घर दे वारिस हां, तुसी उस राजे दे लोग या उस बच्चे आ, उन्हां दे बच्चे आ, शाही बच्चे आ, लेकिन तुसी अपने आप नू समझदे नहीं। हालेलुया। परमेश्वर कहता कि जो कुछ मैं तुहानू कानून अपने सिखाया वो उस घर दे कानून आ। अगर मैं तुहानू हुक्म दिते हैं, 10 हुक्म दिते हैं, उसकी पालना करो, तो वो किथे दे हुक्म है? इस धरती दे हुक्म नहीं है। हालेलुया। वो उस घर दे हुक्म है जिसकी पालना मैं भी करदा आया। बचपन तो परमेश्वर ने कहा कि मैं उस अगर चीज की पालना करदा है तो वही कुछ मैं तुहानू सिखाया ताकि उस चीज दे तुसी भी वारिस हो। अगर तुसी जाओ तो तुसी शान दे नाल उस घर दे विच रहोगे, क्यों? क्योंकि उस जगह दे विच तुहाडा घर होवेगा। हालेलुया। जिस चीज दे उते तुहाडा अधिकार हुंदा है उसनु पूरे हक दे नाल तुसी लैंदे हो। हालेलुया। जिस चीज दे उते तुहाडा अधिकार हुंदा है तुसी कहंदे हो कि ये चीज मेरी है, कहंदे हो ना?
अगर धरती ते तुहाडी कोई चीज है, कोई अमानत कोई रख छड्डिया है, तो उसनूं तुसीं पूरे हाथ नाल लेंदे क्योंकि वो तुहाडी आ। और परमेश्वर ने कहा कि जे मेरे बच्चे इस दुनिया में रह रहे हैं तो मेरा पूरा अधिकार है कि मैं तुहानूं उस घर विच लेके जावां। हालेलुया, हालेलुया, हालेलुया। उताहां दीयां गल्लां उत्ते चित लाओ ना उत्ते ਜਿਹੜੀਆਂ धरती ਉੱਪਰ ਹਨ। हालेलुया, हालेलुया। वचन की कहता है कि ऊपर दीयां गल्लां दे उत्ते हमेशा ध्यान लगाओ, इस वचन दे उत्ते ध्यान लगाओ, क्योंकि ये वचन ऊपर दा है, ये परमेश्वर दा वचन है जिहदे ऊपर सानू ध्यान लगाना चाहिए, क्योंकि इहो सानू सारा कुछ सिखाउंदा है। परमेश्वर दी हर एक चीज बारे सिखाउंदा है, ਉਹਦੀ हर एक भेद बारे सानू दसदा है, क्योंकि अगर ਅਸੀਂ ਉਹਦੇ भेद पावांगे ਤਾਂ ਫਿਰ ਹੀ ਸਾਨੂੰ ਪਤਾ ਲੱਗेगा कि ਸਾਡਾ ਤੇ स्वर्गी घर किदां ਦਾ होएगा। हालेलुया, हालेलुया। बच्चा एक अगर अपने घर तो अनजान है, उसਨੂੰ किसी दूसरी जगह रखा जाता उदों तक ਜਦੋਂ तक ਉਹ ਵੱਡਾ नहीं हो जाता। और पिता ਉਹਦਾ बहुत बहुत अमीर है और वो चाहता है कि वो छोटी तो छोटी गल सीख सके। हालेलुया, हालेलुया। बचपन दे विच उसਨੂੰ सिखाया जाता है कि ਤੁਹਾਡੇ घर ਦੇ ਵਿੱਚ ਕੀ ਕੁਝ ਦਿੱਤਾ ਜਾਂਦਾ ਹੈ, ਕੀ ਕੁਝ ਤੁਸੀਂ ਕਿਦਾਂ ਤੁਸੀਂ ਤੁਹਾਡੇ ਘਰ ਦੇ ਵਿੱਚ ਰੂਲ ਚੱਲਦੇ ਆ, ਤੁਸੀਂ ਕਿਸ ਤਰ੍ਹਾਂ ਬੋਲਣਾ ਆ, ਤੁਸੀਂ ਕਿਸ ਤਰ੍ਹਾਂ ਖਾਣਾ ਆ, ਕਿਸ ਤਰ੍ਹਾਂ ਤੁਹਾਡਾ ਪਹਿਰਾਵਾ ਹੋਣਾ ਚਾਹੀਦਾ ਆ। हालेलुया। छोटी तो छोटी जो उसਨੂੰ गल सिखाई जाती है तो ਵੱਡਾ ਹੋ ਕੇ ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਉਹਦੇ ਅੰਦਰ ਆ ਜਾਂਦੀਆਂ। और ਵੱਡਾ ਜਦੋਂ ਹੋ ਜਾਂਦਾ ਤਾਂ ਉਹਦਾ ਪਿਤਾ ਆਂਦਾ ਆ और ਕਹਿੰਦਾ ਕਿ ਹੁਣ ਮੇਰਾ ਬੱਚਾ ਤਿਆਰ ਹੈ ਕਿ ਮੈਂ ਇਸ ਨੂੰ ਆਪਣੇ ਘਰ ਵਿੱਚ ਲੈ ਕੇ ਜਾਵਾਂ। ਹਾਲੇਲੂਇਆ, ਹਾਲੇਲੂया। और ਜਦੋਂ ਘਰ ਆਉਂਦਾ ਹੈ ਤਾਂ ਬੱਚਾ ਰੈਡੀ ਹੋ ਜਾਂਦਾ ਆ और ਉਸੇ ਤਰ੍ਹਾਂ ਉਸੇ ਦੀ ਬੋਲੀ ਉਹ ਬੋਲਦਾ ਆ ਜੋ ਉਹ ਚਾਹੁੰਦਾ ਆ ਕਿ ਉਹ ਉਸੇ ਤਰ੍ਹਾਂ ਸਿੱਖੇ। हालेलुया। वो चाहता कि मेरे राज में ऐसा बोलिया जाता और मेरा बच्चा भी उसी तरह बोले। और साडा परमेश्वर भी वही चाहता है कि ओदे बच्चे बच्चियां भी वही चीजें सीखन जो परमेश्वर दा आत्मा चाहता है। हालेलुया। जो साडा पिता चाहता है, जो स्वर्ग दे विच चाहता है कि ओदे बच्चे भी वही चीजें सीखन जो उसते उसदे रूल आ, उसदे रूल ਨੂੰ ਉਹ ਵੀ ਸਿੱਖ ਜਾਣ ਤਾਂ ਕਿ ਉਹਨਾਂ ਨੂੰ ਉੱਥੇ ਜਾ ਕੇ ਕੋਈ ਤਕਲੀਫ ਨਾ ਹੋਵੇ, ਕੋਈ ਵੀ ਕਸ਼ਟ ਨਾ ਹੋਵੇ ਕਿ ਅਸੀਂ ਥੋੜੇ ਅਣਜਾਣ ਆ, ਸਾਨੂੰ ਇੱਥੇ ਕੁਝ ਪਤਾ ਨਹੀਂ ਲੱਗ ਰਿਹਾ ਜਾਂ ਕਿਦਾਂ। ਹਰ ਇੱਕ ਚੀਜ਼ ਬਾਰੇ ਪਰਮੇਸ਼ਰ ਕਹਿੰਦਾ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ। ਹਾਲੇਲੂਇਆ, ਹਾਲੇਲੂਇਆ। ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਹੈ। ਹਾਲੇਲੂਇਆ, ਹਾਲੇਲੂਇਆ। ਕਿਉਂ? ਕਿਉਂਕਿ ਜਦੋਂ ਕਹਿੰਦਾ ਕਿ ਤੁਸੀਂ ਆਪਣੇ ਪਾਪ ਦੇ ਵਿੱਚ जो तुसी मर गए सी, जो ਤੁਹਾਡਾ ਨਵਾਂ ਜੀਵਨ ਹੋਇਆ ਤਾਂ ਤੁਹਾਡਾ ਸਾਰਾ ਕੁਝ ਖਤਮ ਹੋ ਗਿਆ, ਤੁਹਾਡਾ ਜ਼ਿੰਦਗੀ ਜਿਹੜੀ ਤੁਹਾਡੇ ਜੀਵਨ ਆ ਉਹ ਪਰਮੇਸ਼ਰ ਨੇ ਗੁਪਤ ਕਰਕੇ ਰੱਖਿਆ ਹੋਇਆ ਹੈ। ਹਾਲੇਲੂਇਆ। ਤੁਹਾਡਾ ਜੀਵਨ ਗੁਪਤ ਹੈ। ਅਗਰ ਕੋਈ ਪਰਮੇਸ਼ਰ ਦਾ ਦਾਸ ਜਾਂ ਦਾਸੀ ਇਸ ਦੁਨੀਆ ਤੋਂ ਚਲੇ ਜਾਂਦੇ ਆ ਤਾਂ ਉਹਦਾ ਜ਼ਿੰਦਗੀ ਜਿਹੜੀ ਉਹਦੀ ਜ਼ਿੰਦਗੀ ਆ ਉਹ ਪਰਮੇਸ਼ਰ ਨੇ ਗੁਪਤ ਵਿੱਚ ਰੱਖੀ ਹੋਈ ਆ। ਅਸੀਂ ਨਹੀਂ ਜਾਣਦੇ ਕਿ ਉਹ ਆਤਮਾ ਪਰਮੇਸ਼ਰ ਕਿਸ ਜਗ੍ਹਾ ਦੇ ਵਿੱਚ ਲੈ ਕੇ ਜਾਂਦਾ ਹੈ, ਕਿਸ ਜਗ੍ਹਾ ਦੇ ਵਿੱਚ ਉਸਨੇ ਸੈਟਲ ਕੀਤਾ ਹੋਇਆ ਹੈ, ਇਹ ਕਿਸੇ ਨੂੰ ਨਹੀਂ ਪਤਾ। ਹਾਲੇਲੂਇਆ। ਅਸੀਂ ਇਹ ਨਹੀਂ ਜਾਣਦੇ ਕਿ ਉਹ ਇਨਸਾਨ ਕਹਿੰਦਾ ਕਿ ਪਰਮੇਸ਼ਰ ਦਾ ਆਤਮਾ ਆ ਜੋ ਵੀ ਮਰਦਾ ਆ, ਇਨਸਾਨ ਦਾ ਆਤਮਾ ਉਹ ਪਰਮੇਸ਼ਰ ਉਸਨੂੰ ਸਵਰਗ ਦੇ ਵਿੱਚ ਲੈ ਕੇ ਜਾਂਦਾ ਨਹੀਂ, ਉਸਨੇ ਐਸੀ ਜਗ੍ਹਾ ਦੇ ਵਿੱਚ ਰੱਖਦਾ ਹੈ ਜਿੱਥੇ ਉਹਨੂੰ ਪਰਮੇਸ਼ਰ ਦੇ ਸਮੇਂ ਆਉਣ ਤੱਕ ਉਸਨੂੰ ਉਸ ਜਗ੍ਹਾ ਦੇ ਵਿੱਚ ਰੱਖਿਆ ਜਾਏ। ਹਾਲੇਲੂਇਆ, 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 ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਸਾਡਾ ਜੀਵਨ ਗੁਪਤ ਰੱਖਿਆ ਜਦੋਂ ਤੱਕ ਅਸੀਂ ਇਸ ਦੁਨੀਆ ਦੇ ਵਿੱਚ ਆ, ਜਦੋਂ ਤੱਕ ਸਾਡਾ ਜੀਵਨ ਇਸ ਦੁਨੀਆ ਦੇ ਵਿੱਚ ਨਿਰਭਰ ਆ, ਇਹ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਨੂੰ ਗੁਪਤ ਵਿੱਚ ਰੱਖਿਆ ਹੋਇਆ ਹੈ। ਹਾਲੇਲੂਇਆ, ਹਾਲੇਲੂਇਆ। ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪ੍ਰਗਟ ਕੀਤਾ ਜਾਵੇਗਾ ਉਸ ਵੇਲੇ ਤੁਸੀਂ ਵੀ ਉਸ ਦੇ ਨਾਮ ਤੇਜ ਵਿੱਚ ਪ੍ਰਗਟ ਕੀਤੇ ਜਾਓਗੇ। ਹਾਲੇਲੂਇਆ, 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 ਹਾਲੇਲੂਇਆ। ਜਿਸ ਵੇਲੇ ਮਸੀਹ ਜੋ ਸਾਡਾ ਮਸੀਹ ਹੈ ਸਾਡਾ ਜੀਵਨ ਪ੍ਰਗਟ ਕਰੇਗਾ, ਅਸੀਂ ਇਸ ਦੁਨੀਆ ਦੇ ਵਿੱਚ ਇਨਸਾਨ ਹਾਂ, ਇਨਸਾਨ ਦੇ ਵਿੱਚ ਰਹਿੰਦੇ ਆ, ਇਨਸਾਨੀਅਤ ਵਿੱਚ ਰਹਿੰਦੇ ਆ ਤਾਂ ਸਾਡਾ ਰੂਪ ਕੀ ਆ? ਜਦੋਂ ਅਸੀਂ ਪਰਮੇਸ਼ਰ ਵਿੱਚ ਚੱਲਦੇ ਆ ਤਾਂ ਸਾਡਾ ਰੂਪ ਕੁਝ ਹੋਰ ਹੋਏਗਾ। ਹਾਲੇਲੂਇਆ, ਸਾਡਾ ਪਹਿਰਾਵਾ ਵੀ ਕੁਝ ਹੋਰ ਹੋਏਗਾ। ਆਤਮਿਕ ਜੋ ਇਨਸਾਨ ਹੁੰਦਾ ਆ ਉਹਦੀ ਬੋਲੀ ਵੀ ਵੱਖਰੀ ਹੋਏਗੀ, ਦੁਨੀਆ ਤੋਂ ਵੱਖਰੀ ਹੋਏਗੀ ਔਰ ਵੱਖ ਰਹੇਗਾ। ਹਾਲੇਲੂਇਆ। ਦੁਨੀਆ ਦੇ ਵਿੱਚ ਰਹੇਗਾ ਲੇਕਿਨ ਉਹਦੀ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਥੋੜੇ ਤੋਂ ਥੋੜਾ ਕੁਝ ਨਾ ਕੁਝ ਬਦਲਾਵ ਨਜ਼ਰ ਆਏਗਾ। हालेलुया। क्योंकि जो इंसान रूहानी तौर पे अगर उस इंसान को देखा जाए तो परमेश्वर का एक सच्चा सिपाही होता है जो शैतान के नाल लड़ाई करता है। दुनियावी लड़ाई नहीं, दुनिया में रह के वो सिर्फ दुनिया जिहा तो काम करता है लेकिन पूरा नहीं,
क्योंकि परमेश्वर का जो आत्मा है उसनू दूसरी चीजों वास्ते भी तैयार करता है। हालेलुया। कहता है कि तू इस दुनिया दे विच आया है, ठीक है, अपना फर्ज निभाना तेरी तो जिम्मेदारी है, लेकिन दूसरा जेड़ा काम है जो तू है उसनू भी पूरा कर। हालेलुया। जो तेरी पहचान है उसनू भी याद रख, क्योंकि असी परमेश्वर के वारिस और परमेश्वर के वारिस होने की जिम्मेदारी भी सानू निभानी चाहिए है। जो असी प्रार्थना करते तो उसनू भी पूरा करने की कोशिश करो। प्रार्थना दे विच भी बंदा जब तक पूरा नहीं है तो वो भी अधूरा है। प्रार्थना दे जो इंसान पूरी प्रार्थना करेगा तो वो अपने आप को पूरा फील करेगा कि मैं पूरा हाँ। हालेलुया। जो इंसान वचन दे विच अधूरा है वो इंसान हजे तक पूरा नहीं होया, क्योंकि ਉਹਦੇ ਵਿੱਚ कुछ ना कुछ कमी जरूर होती है। ਜਦੋਂ तक लाड़ी ने पूरा शिंगारिया नहीं जाता वो लाड़ी नहीं लगती, और ਜਦੋਂ तक कोई लाड़ा जो पूरी तरह तैयार नहीं होया तो उसको किदों कह देंगे कि ये पूरी तरह तैयार नहीं होया, उसको किधर लेके जाइए। हालेलुया। उसके कपड़े देखे जाते हैं, उसकी जुत्ती देखी जाती, ऊपर तक उसको पूरी तरह देखा जाता कि कोई चीज की किसी भी चीज की कमी ना हो। हालेलुया। 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 और परमेश्वर कहता कि मैं तो अपने बच्चों को राजे राजे की तरह रखा होया है, और मैं चाहता हां कि उन्होंने हर एक चीज की जिहड़ी वो घाट है उसको पूरी कर लैन। अगर वो झूठ बोल रहा तो उन्होंने बंद कर दें, अगर वो नशे कर रहा तो उसको बंद करन, अगर वो झगड़ा कर रहा तो वो बंद करन। ये छोटियां छोटियां चीजां कहते वो अंदर रख दे तो कितना पूरे होंगे। हालेलुया। 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 ये ਜਿਹੜੀਆਂ छोटियां चीजां है ਤੁਹਾਡੇ अंदर ਤੁਹਾਨੂੰ पूरा ही नहीं कर पा रही है तो ਤੁਸੀਂ ਕਿੱਦਾਂ पूरे होगे। आत्मा ਦੇ ਵਿੱਚ जो इंसान ਚੱਲਦਾ है वो अपनी चीज ਨੂੰ देखता है कि मैं मेरे अंदर ਕਿਹੜੀ चीज ਦੀ ਘਾਟ ਆ, ਕਿਹੜੀ चीज में ऐसी है ਜਿਹੜੀ मैं नहीं कर पा रहा। हालेलुया। परमेश्वर के अनुसार वो चीज केड़ी है जिसनु मैं पूरी करा तो मेनू लगे कि मैं अधूरा नहीं है, मैं पूरा हो गया है। हालेलुया। हालेलुया। परमेश्वर कहता कि मेरे शस्त्र मेरे वस्त्र जिन्ना जे तुम्हारे अंदर है उसनु पूरा धारण करो। पवित्र आत्मा की सामर्थ और शक्ति जिन्ना जे तुम्हारे अंदर तुसी नहीं पूरी करते, तुम्हारे अंदर पूरे शस्त्र नहीं आ, तुसी नहीं शैतान नाल लड़ सकते। हालेलुया। परमेश्वर दे विच पूरे होवोगे तां फिर तुसी स्वर्ग दे वारिस होवोगे। पवित्र आत्मा की टिकट जिहड़ी असीं तुहानूं बार-बार कहंदे आ कि टिकट लैना बहुत जरूरी आ, इसलिए क्योंकि जदों प्रभु यीशु मसीह दे दूत भेजे जाणगे इस दुनिया दे विच तुहाडे अगे वो कल्ले-कल्ले तुहानूं कहणगे कि सानूं पर्ची दिखाओ, और तुसीं कहणे साडे कोल पर्ची नहीं है, ते कितना बुरा फील होएगा तुहानूं। कहना वो साडे कोलों पर्ची मांग रहे, साडे कोलों पर्ची है नहीं, क्यों? क्योंकि तुसीं ओहदे वास्ते मेहनत नहीं कीती। हालेलुया। हालेलुया। जो चीज वो तुहाडे कोलों मांग रहे अगर तुहाडे कोलों नहीं है तो तुहानूं कितनी शर्म फील होएगी। हालेलुया। हालेलुया। तुहाडे कोल तुहाडा गुआंढी अगर तुहाडे कोलों चीज मांग रहा है, आस रख के तुहाडे कोलों कहंदा है कि मैनूं ये चीज की जरूरत है, तुहाडे कोलों मिल सकदी है। अगर तुहाडे कोल है तो तुसीं बड़े शौक दे नाल कहोगे हां ये मेरे कोल है, मैं तुहानूं जरूर देना है। अगर तुहाडे कोल वो चीज नहीं है तो तुसीं की करोगे, यार मेरे कोल ये चीज है ही नहीं, मैनूं मुकाउणी चाहिए सी। हालेलुया। हालेलुया। अगर वही चीज तुहाडे कोल ना होवे जो परमेश्वर चाहुंदा है तो तुसीं कितना बुरा फील करोगे। हालेलुया। हालेलुया। अगर आत्मा तुहाडे शरीर के अंदर ही नहीं आ जो परमेश्वर चाहुंदा है, परमेश्वर कहता है कि तुसी मेरे अगे कभी भी शर्मिंदा फील ना उस टाइम करो जब मैं तुहाडे अगे आवां, जब मैं कहां कि तुसी बच्चों तैयार हो मैं तुहानूं ले जाना है तो तुसी अगर तुसी तैयार होवोगे तो तुसी फटाफट मेरे नाल आओगे, अगर नहीं तैयार हो तो तुसी शर्मिंदे होवोगे। और परमेश्वर कहता मैं नहीं चाहता कि तुसी मेरे सामने अपना सिर झुकाओ। हालेलुया। 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 क्योंकि कहता कि तुसी इस धरती दे नहीं हो, मैं तुहानूं बार-बार कहता कि तुसी इस धरती दे नहीं हो, तुसी उस जगह ते हो जिथे दा मैं तुहानूं बनाया है। हालेलुया। पूरे अधिकार दे नाल मैं तुहानूं कहता कि जो काम परमेश्वर ने तुहानूं सौंपिया उसनूं पूरा करने की कोशिश करो। अगर जो भी तुहानूं परमेश्वर कहता कि प्रार्थना करो तो प्रार्थना करने दे विच लगे रहो। दुनिया दे काम तुसी कोई भी करदे हो करो, लेकिन परमेश्वर नूं भी कुछ टाइम दो जो परमेश्वर तुहाडे कोलों चाहुंदा है।
ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਕਿਉਂਕਿ ਜਦੋਂ ਪਰਮੇਸ਼ਰ ਸਾਡੇ ਵਿੱਚ ਆਊਗਾ ਤਾਂ ਉਹੀ ਤੇਜ ਦੇ ਦੁਆਰਾ ਪਰਮੇਸ਼ਰ ਸਾਡਾ ਅਸਲੀ ਚਿਹਰਾ ਦਿਖਾਏਗਾ। ਅਗਰ ਅਸੀਂ ਗਲਤ ਹਾਂ ਤਾਂ ਗਲਤ ਉਹਦੇ ਸਾਹਮਣੇ ਆਉਂਗੇ, ਅਗਰ ਅਸੀਂ ਸਹੀ ਹਾਂ ਤਾਂ ਪਰਮੇਸ਼ਰ ਦੀ ਸਾਮਰਥ ਸਾਨੂੰ ਸਹੀ ਸਾਬਿਤ ਕਰੇਗੀ ਪਰਮੇਸ਼ਰ ਦੇ ਸਾਹਮਣੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ, ਅਰਥਾਤ ਹਰਾਮਕਾਰੀ, ਗੰਧ, ਮੰਦ, ਕਾਮਨਾ, ਬੁਰੀ ਇੱਛਾ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ। ਹਾਲੇਲੂਇਆ ਹਾਲੇਲੂਇਆ। ਇਸ ਲਈ ਉਹ ਬੁਰੀਆਂ ਚੀਜ਼ਾਂ ਆਪਣੇ ਅੰਦਰੋਂ ਖਤਮ ਕਰੋ। ਇਹ ਕੀ ਹੈ? ਸਰੀਰ ਦੇ ਅੰਗ, ਉਸ ਨੂੰ ਖਤਮ ਕਰਨਾ। ਆਪਣੇ ਸਰੀਰ ਦੇ ਅੰਦਰੋਂ ਹਰਾਮਕਾਰੀ, ਗੰਦ, ਮਨ, ਕਾਮਨਾ, ਐਸੀ ਬੁਰੀ ਇੱਛਾ ਜੋ ਸਾਡੇ ਮਨ ਦੇ ਵਿੱਚ ਪ੍ਰਗਟ ਹੁੰਦੀ ਆ ਦੇਖ ਕੇ। ਦੁਨੀਆ ਦੇ ਵਿੱਚ ਅਸੀਂ ਜੋ ਵੀ ਚੀਜ਼ਾਂ ਦੇਖਦੇ ਆ ਅੱਖਾਂ ਦੇ ਨਾਲ, ਜਿਸ ਵੀ ਚੀਜ਼ ਦੇ ਉੱਤੇ ਨਜ਼ਰ ਸਾਡੀ ਜਾਂਦੀ ਆ, ਉਹ ਜੋ ਵੀ ਗੰਦੀ ਚੀਜ਼ ਆ, ਉਹ ਕੀ ਕਰਦਾ ਇਨਸਾਨ? ਉਸ ਨੂੰ ਕਹਿੰਦਾ ਕਿ ਉਹ ਚੀਜ਼ ਸ਼ਾਇਦ ਉਹ ਪਤਾ ਨਹੀਂ ਕਿੰਨੀ ਵਧੀਆ ਆ। ਉਹ ਕਹਿੰਦਾ ਕਿ ਜੋ ਕੰਮ ਉਹ ਕਰਦੀ ਆ ਅਸੀਂ ਵੀ ਉਹ ਕੰਮ ਕਰਕੇ ਦੇਖਦੇ, ਸ਼ਾਇਦ ਇਹ ਵਧੀਆ ਚੀਜ਼ ਆ, ਲੇਕਿਨ ਉਹ ਕੰਮ ਪਰਮੇਸ਼ਰ ਦੇ ਮੁਤਾਬਿਕ ਗਲਤ ਆ। ਹਾਲੇਲੂਇਆ ਹਾਲੇਲੂਇਆ। ਦੁਨਿਆਵੀ ਜੋ ਵੀ ਕੰਮ ਤੁਸੀਂ ਦੇਖਦੇ ਹੋ, ਬਹੁਤ ਜ਼ਿਆਦਾ ਕੰਮ ਜੋ ਵੀ ਦੇਖਦੇ ਹੋ, ਉਹ ਪਰਮੇਸ਼ਰ ਕਹਿੰਦਾ ਜੋ ਵੀ ਬੁਰੇ ਆ ਉਸ ਨੂੰ ਆਪਣੇ ਅੰਦਰੋਂ, ਇਹ ਦੁਨੀਆ ਦੇ ਅੰਗ ਆ, ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਆਪਣੇ ਵਿੱਚੋਂ ਕਿ ਇਹ ਚੀਜ਼ਾਂ ਜਿਹੜੀਆਂ ਆ ਇਹ ਮੈਂ ਨਹੀਂ ਰੱਖ ਸਕਦਾ। ਬੁਰੀ ਇੱਛਾ ਨੂੰ ਮਾਰੋ ਆਪਣੇ ਅੰਦਰੋਂ। ਜਿਸ ਚੀਜ਼ ਦੀ ਪੂਰੀ ਇੱਛਾ ਰੱਖਦੇ ਹੋ ਕਿ ਮੈਂ ਇਸ ਚੀਜ਼ ਨੂੰ ਪਾਣਾ, ਚਾਹੇ ਉਹ ਕਿੰਨੀ ਵੀ ਕਿਉਂ ਨਾ ਘਟੀਆ ਹੋਵੇ, ਉਸ ਨੂੰ ਕਹਿੰਦੇ ਕਿ ਪਾਣਾ ਚਾਹੁੰਦੇ, ਲੇਕਿਨ ਨਹੀਂ, ਜੋ ਤੁਹਾਡੇ ਵਾਸਤੇ ਬੁਰੀ ਹੈ ਉਸ ਨੂੰ ਤੁਸੀਂ ਨਹੀਂ ਪਾ ਸਕਦੇ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ ਹਾਲੇਲੂਇਆ। ਔਰ ਇੰਨੀ ਸਮਝ ਤੁਹਾਡੇ ਸਭ ਨੂੰ ਪਰਮੇਸ਼ਰ ਨੇ ਦਿੱਤੀ ਹੋਈ ਹੈ ਕਿ ਇਸ ਦੁਨੀਆ ਦੇ ਵਿੱਚ ਕਿਹੜੀਆਂ ਉਹ ਬੁਰੀ ਇੱਛਾ, ਕਿਹੜੀ ਬੁਰੇ ਕੰਮ ਸਭ ਜਾਣਦੇ ਆ। ਹਾਲੇਲੂਇਆ ਹਾਲੇਲੂਇਆ। 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 ਮੂਰਤੀ ਪੂਜਾ ਹੈ। ਇਹ ਸਾਰੀਆਂ ਚੀਜ਼ਾਂ ਕੀ ਹੈ? ਇੱਕ ਮੂਰਤੀ ਪੂਜਾ ਹੈ ਜਿਸ ਨੂੰ ਅਸੀਂ ਪੂਜਦੇ ਹਾਂ। ਹਾਲੇਲੂਇਆ ਹਾਲੇਲੂਇਆ। 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 ਅਗਰ ਕੋਈ ਦੇਖ ਰਿਹਾ ਕਿ ਕੋਈ ਝੂਠ ਬੋਲ ਰਿਹਾ ਹੈ ਤਾਂ ਸਾਨੂੰ ਲੱਗਦਾ ਕਿ ਪਤਾ ਨਹੀਂ ਕਿੰਨਾ ਵੀ ਵਧੀਆ ਕੰਮ ਆ, ਝੂਠ ਬੋਲ ਕੇ ਸ਼ਾਇਦ ਕਿਸੇ ਦਾ ਬਚਾਅ ਹੋ ਜਾਂਦਾ ਹੈ। ਅਗਰ ਕੋਈ ਝਗੜਾ ਕਰ ਰਿਹਾ ਤਾਂ ਸਾਨੂੰ ਇਹ ਲੱਗਦਾ ਕਿ ਪਤਾ ਨਹੀਂ ਕਿੰਨਾ ਕੁ ਵਧੀਆ ਕੰਮ ਕਰਦਾ ਹੈ। ਉਹ ਵੀ ਅਗਰ ਆਪਣੇ ਅੰਦਰ ਉਹ ਚੀਜ਼ ਨੂੰ ਅਸੀਂ ਲੈਂਦੇ ਹਾਂ ਤਾਂ ਉਹ ਕੀ ਕਰਦੇ? ਉਸ ਅੰਗ ਨੂੰ ਅਸੀਂ ਆਪਣੇ ਅੰਦਰ ਲੈ ਲਿਆ, ਉਸ ਨੂੰ ਅੰਦਰ ਨਹੀਂ ਲੈਣਾ ਬਲਕਿ ਉਸ ਨੂੰ ਬਾਹਰ ਕੱਢਣਾ ਹੈ। ਹਾਲੇਲੂਇਆ ਹਾਲੇਲੂਇਆ। 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 ਕਿਉਂ? ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਅਣਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। ਹਾਲੇਲੂਇਆ ਹਾਲੇਲੂਇਆ। ਜਦੋਂ ਅਸੀਂ ਇਹ ਚੀਜ਼ਾਂ ਆਪਣੇ ਅੰਦਰ ਲੈਨੇ ਆ, ਜੋ ਕੁਝ ਅਸੀਂ ਦੇਖਦੇ ਆ ਉਹੀ ਖੁਦ ਕਰਨ ਦੀ ਕੋਸ਼ਿਸ਼ ਕਰਦੇ ਆ। ਦੇਖਦੇ ਆ ਕਿ ਉਹ ਚੀਜ਼ ਦੀ ਬੜੀ ਪਰਸਨੈਲਿਟੀ, ਅਸੀਂ ਉਹੀ ਚੀਜ਼ ਅਸੀਂ ਖੁਦ ਵਿੱਚ ਵੀ ਯੂਜ਼ ਕਰਕੇ ਦੇਖੇ, ਸ਼ਾਇਦ ਉਹ ਕਿੰਨਾ ਵਧੀਆ ਹੈ। ਅਗਰ ਲਾਲਚੀ ਬਣਦੇ ਆ, ਲਾਲਚ ਕਰਦੇ ਆ ਕਿ ਇਹ ਕੰਮ ਸਾਨੂੰ ਵੀ ਵਧੀਆ ਲੱਗਣਾ ਹੈ, ਇਹ ਚੀਜ਼ ਮੈਨੂੰ ਵੀ ਚਾਹੀਦੀ ਹੈ। ਹਾਲੇਲੂਇਆ। ਚਾਹੇ ਕਹਿੰਦੇ ਕਿਸੇ ਤੋਂ ਚੋਰੀ ਛੁਪੇ ਲੈ ਕੇ ਆਓ, ਲੇਕਿਨ ਇਹ ਚੀਜ਼ ਮੈਨੂੰ ਚਾਹੀਦੀ ਹੈ, ਮੈਨੂੰ ਜ਼ਰੂਰਤ ਹੈ। ਹਾਲੇਲੂਇਆ। ਲਾਲਚ ਗੁਣੇ ਉਸ ਚੀਜ਼ ਦੇ ਨਾਲ ਪਿਆਰ ਕਰਨਾ ਜੋ ਚੀਜ਼ ਸਾਡੇ ਵਾਸਤੇ ਹੈ ਹੀ ਨਹੀਂ। ਹਾਲੇਲੂਇਆ ਹਾਲੇਲੂਇਆ। 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 ਉਹ ਕੀ ਹੁੰਦਾ ਹੈ ਕਿ ਉਹਦੇ ਨਾਲ ਪਰਮੇਸ਼ਰ ਦਾ ਕ੍ਰੋਧ ਅਸੀਂ ਭੜਕਾ ਦਿੰਦੇ ਹਾਂ। ਪਰਮੇਸ਼ਰ ਦਾ ਕ੍ਰੋਧ ਇੰਨਾ ਭੜਕਦਾ ਹੈ ਕਿ ਮੈਂ ਤੁਹਾਨੂੰ ਕਿਸ ਕੰਮ ਲਈ ਭੇਜਿਆ, ਤੁਸੀਂ ਕੀ ਕਰ ਰਹੇ ਹੋ ਦੁਨੀਆ ਵਿੱਚ? ਮੈਂ ਤੁਹਾਨੂੰ ਇਸ ਕੰਮ ਲਈ ਨਹੀਂ ਭੇਜਿਆ ਕਿ ਤੁਸੀਂ ਦੁਨੀਆ ਵਰਗੇ ਹੋ ਜਾਓ, ਨਹੀਂ। ਅਣਆਗਿਆਕਾਰੀ ਪੁੱਤਰਾਂ ਵਾਂਗ ਤੁਸੀਂ ਕੰਮ ਕਰਦੇ ਆ। ਪਰਮੇਸ਼ਰ ਕਹਿੰਦਾ ਅਣਆਗਿਆਕਾਰੀ ਕੌਣ ਸੀ? ਸ਼ੈਤਾਨ ਸੀ। ਸਵਰਗ ਦੇ ਵਿੱਚ ਜਿਸਨੇ ਆਗਿਆ ਦਾ ਪਾਲਨ ਨਹੀਂ ਕੀਤਾ ਉਹ ਅਣਆਗਿਆਕਾਰੀ ਸਾਬਿਤ ਹੋਇਆ। ਉਦੋਂ ਉਸ ਨੂੰ ਸਵਰਗ ਦੇ ਵਿੱਚ ਜਦੋਂ ਥੱਲੇ ਸੁੱਟਿਆ ਗਿਆ ਤਾਂ ਉਸਨੇ ਸਾਰਾ ਕੁਝ ਇਨਸਾਨ ਦੇ ਅੰਦਰ ਪਾ ਦਿੱਤਾ, ਜੋ ਉਹਦੇ ਅੰਦਰ ਸੀ ਉਸਨੇ ਸਾਰਾ ਕੁਝ ਸਿਖਾਤਾ। ਹਾਲੇਲੂਇਆ। ਉਹੀ ਚੀਜ਼ਾਂ ਤੁਸੀਂ ਸਭ ਸਿੱਖ ਚੁੱਕੇ ਹੋ ਔਰ ਪਰਮੇਸ਼ਰ ਕਹਿੰਦਾ ਉਹ ਚੀਜ਼ਾਂ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਸਿੱਖੋ, ਜਿਨ੍ਹਾਂ ਦੀ ਰਾਹ ਤੁਸੀਂ ਵੀ ਅੱਗੇ ਚੱਲਦੇ ਸਾਂ, ਜਿਸ ਵੇਲੇ ਉਹਨਾਂ ਵਿੱਚ ਜਿਉਂਦੇ ਸਾਂ, ਪਰ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਅਰਥਾਤ ਕ੍ਰੋਧ, ਬਦੀ, ਦੁਰਵਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਹਾਲੇਲੂਇਆ ਹਾਲੇਲੂਇਆ। 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 ਪਰਮੇਸ਼ਰ ਨੇ ਹੁਣ ਅੱਗੇ ਕੀ ਕਹਿੰਦੇ ਕਿ ਅਣਆਗਿਆਕਾਰੀ ਦੇ ਪੁੱਤਰ, ਜੋ ਉਹਦੇ ਅੰਦਰ ਗੁੱਸਾ, ਝਗੜਾ, ਜੋ ਕੁਝ ਉਹਦੇ ਅੰਦਰ ਆ ਉਹੀ ਕੁਝ ਤੁਸੀਂ ਪਾ ਲੈਣੇ ਹੋ ਆਪਣੇ ਅੰਦਰ।
ਉਹਦੇ ਵਿੱਚ ਚੱਲ ਕੇ ਤੁਸੀਂ ਉਹਦੇ ਵਿੱਚ ਜਦੋਂ ਤੁਸੀਂ ਜਿਉਂਦੇ ਸੀਗੇ, ਉਹਨੇ ਤੁਹਾਨੂੰ ਕੀ ਸਿਖਾਇਆ? ਬਹੁਤ ਜ਼ਿਆਦਾ ਕ੍ਰੋਧ, ਦੁਰਵਚਨ, ਬਦੀ ਕਰਨੀ, ਕਿਸੇ ਨਾਲ ਗਲਤ ਹੀ ਕਰੀ ਜਾਣਾ। ਹਾਲੇਲੂਇਆ। ਹਾਲੇਲੂਇਆ। ਅਗਰ ਕਿਸੇ ਨੂੰ ਫਸਾ ਰਹੇ ਹੋ ਤਾਂ ਫਸਾਈ ਜਾ ਰਹੇ ਹੋ, ਅਗਰ ਕਿਸੇ ਦਾ ਮਰਡਰ ਕਰ ਰਹੇ ਹੋ ਤਾਂ ਉਸਨੂੰ ਮਾਰੀ ਜਾ ਰਹੇ ਹੋ। ਕੋਈ ਤੁਹਾਨੂੰ ਸਿਖਾਉਣ ਵਾਲਾ ਹੈ ਨਹੀਂ। ਹਾਲੇਲੂਇਆ। ਕਿਉਂਕਿ ਅਣਆਗਿਆਕਾਰੀ ਪੁੱਤਰ ਨੇ ਜੋ ਤੁਹਾਨੂੰ ਸਿਖਾਇਆ ਉਹੀ ਕੁਝ ਤੁਸੀਂ ਕਰਦੇ ਹੋ। ਹਾਲੇਲੂਇਆ। ਸ਼ੈਤਾਨ ਇਸ ਧਰਤੀ ਦੇ ਉੱਤੇ ਆਇਆ ਤਾਂ ਕਾਇਨ ਨੇ ਆਪਣੇ ਛੋਟੇ ਭਰਾ ਦਾ ਕਤਲ ਕੀਤਾ ਪਹਿਲੀ ਵਾਰ। ਹਾਲੇਲੂਇਆ। ਹਾਲੇਲੂਇਆ। ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਕਤਲ ਕਿਹਦਾ ਹੋਇਆ? ਹਾਬਲ ਦਾ। ਹਾਲੇਲੂਇਆ। ਹਾਲੇਲੂਇਆ। ਕਾਇਨ ਦੇ ਵਿੱਚ ਸਭ ਤੋਂ ਪਹਿਲਾਂ ਸ਼ੈਤਾਨ ਵੜਿਆ ਉਦੋਂ ਜਦੋਂ ਉਹਦੇ ਅੰਦਰ ਗੁੱਸਾ ਆਇਆ। ਹਾਲੇਲੂਇਆ। ਗੁੱਸਾ ਕਿਹਦਾ? ਰੂਪਿਆ ਸ਼ੈਤਾਨ ਦਾ। ਸ਼ੈਤਾਨ ਨੇ ਗੁੱਸਾ ਕਿੱਥੇ ਦਿਖਾਇਆ? ਸਵਰਗ ਦੇ ਵਿੱਚ। ਹਾਲੇਲੂਇਆ। ਜਦੋਂ ਉਸ ਨੂੰ ਸਿੰਘਾਸਨ ਦਾ ਲਾਲਚ ਹੋਇਆ ਕਿ ਇਹ ਸਿੰਘਾਸਨ ਮੈਨੂੰ ਚਾਹੀਦਾ ਹੈ, ਉਹਦੇ ਅੰਦਰ ਬੁਰੀ ਇੱਛਾ ਜਦੋਂ ਜਾਗੀ ਕਿ ਪਰਮੇਸ਼ਰ ਦਾ ਸਿੰਘਾਸਨ ਜਿੱਥੇ ਪਰਮੇਸ਼ਰ ਬੈਠਾ ਹੋਇਆ ਉਹ ਜਗ੍ਹਾ ਤਾਂ ਮੇਰੀ ਹੋਣੀ ਚਾਹੀਦੀ ਹੈ, ਮੈਂ ਇਸ ਤੋਂ ਵੀ ਉੱਚਾ ਸਿੰਘਾਸਨ ਬਣਾਉਂਗਾ। ਹਾਲੇਲੂਇਆ। ਸ਼ੈਤਾਨ ਦੀ ਬੁਰੀ ਇੱਛਾ ਨੇ ਉਸ ਨੂੰ ਇਸ ਧਰਤੀ ਦੇ ਉੱਤੇ ਗਿਰਾਇਆ। ਔਰ ਜੋ ਇਨਸਾਨ ਬੁਰੀ ਇੱਛਾ ਨੂੰ ਲੈ ਕੇ ਅੰਦਰ ਰੱਖਦਾ ਆ ਉਹ ਪਰਮੇਸ਼ਰ ਕਹਿੰਦਾ ਮੇਰਾ ਪੁੱਤਰ ਨਹੀਂ ਬਲਕਿ ਸ਼ੈਤਾਨ ਦਾ ਪੁੱਤਰ ਹੈ। ਹਾਲੇਲੂਇਆ। 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 ਸ਼ੈਤਾਨ ਨੇ ਤੁਹਾਨੂੰ ਸਾਰਾ ਕੁਝ ਸਿਖਾਇਆ, ਦੁਰਵਚਨ ਕਰਨੇ, ਜੋ ਵੀ ਮੂੰਹ ਦੇ ਵਿੱਚੋਂ ਨਿਕਲੇ, ਚਾਹੇ ਕਿਸੇ ਨੂੰ ਗੁੱਸਾ ਲੱਗੇ, ਜੋ ਮਰਜ਼ੀ ਹੋਵੇ, ਇੰਨਾ ਕੌੜਾਪਨ ਕਹਿੰਦਾ ਤੁਹਾਡੇ ਅੰਦਰ ਭਰ ਗਿਆ ਹੈ ਕਿ ਤੁਸੀਂ ਕਿਸੇ ਦੇ ਬਾਰੇ ਸੋਚਦੇ ਨਹੀਂ। ਇੰਨੀ ਤੁਹਾਡਾ ਦਿਲ ਪੱਥਰ ਹੋ ਚੁੱਕਾ ਹੈ, ਤੁਸੀਂ ਕਿਸੇ ਨੂੰ ਸੋਚਦੇ ਨਹੀਂ ਕਿ ਕਿਸੇ ਦੇ ਮਨ ਦੇ ਵਿੱਚ ਕੀ ਫੀਲ ਹੋਗਾ। ਉਸਨੂੰ ਸਮਝਾਉਣ ਦੀ ਬਜਾਏ ਤੁਸੀਂ ਇੰਨਾ ਕੁਝ ਬੋਲ ਦਿੰਦੇ ਹੋ ਕਿ ਅਗਲਾ ਗੁੱਸੇ ਹੋ ਕੇ ਕਿਤੇ ਹੋਰ ਚਲਾ ਜਾਂਦਾ ਹੈ। ਗੁੱਸੇ ਹੋ ਕੇ ਕੀ ਹੁੰਦਾ ਹੈ? ਆਪਣੀ ਜਾਨ ਨੂੰ ਫਾਇਲ ਲੈ ਲੈਂਦਾ ਹੈ ਜਾਂ ਤਾਂ ਮਰ ਜਾਂਦਾ ਹੈ। ਹਾਲੇਲੂਇਆ। ਤੁਹਾਡੇ ਅੰਦਰ ਇੰਨਾ ਗੰਦਾ ਗੁੱਸਾ ਭਰ ਚੁੱਕਾ ਹੈ, ਦੁਨੀਆ ਦੇ ਵਿੱਚ ਇੰਨਾ ਕੁਝ ਹੋ ਚੁੱਕਾ, ਸੋਚਣ ਦੀ ਬਜਾਏ ਉਹ ਕੀ ਕਰਦਾ? ਆਪਣੇ ਆਪ ਦਾ ਨਾਸ਼ ਕਰ ਲੈਂਦਾ ਹੈ। ਹਾਲੇਲੂਇਆ। ਹਾਲੇਲੂਇਆ। ਜਾਂ ਕੀ ਕਰਦੇ? ਆਪਣੇ ਮੂੰਹੋਂ ਉਹ ਚੀਜ਼ਾਂ ਬੁਰੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਦੇ ਜੋ ਕਿਸੇ ਨੂੰ ਹੋਰ ਵੀ ਜ਼ਿਆਦਾ ਗੁੱਸਾ ਆਏ। ਆਪਣੀ ਫੈਮਿਲੀ ਦੇ ਵਿੱਚ ਅਗਰ ਤੁਸੀਂ ਦੇਖਦੇ ਹੋ ਕਿ ਕੋਈ ਐਸਾ ਗਲਤ ਸ਼ਬਦ ਬੋਲ ਰਿਹਾ ਹੈ ਤਾਂ ਤੁਸੀਂ ਉਸ ਨੂੰ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਉਸ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਂਦਾ ਜਾਏ। ਅਗਰ ਅਸੀਂ ਵੀ ਉਹਦੇ ਬਰਾਬਰ ਉਸ ਨੂੰ ਵੀ ਬੋਲਣਾ ਸ਼ੁਰੂ ਕਰਾਂਗੇ ਤਾਂ ਉਹਦਾ ਗੁੱਸਾ ਹੋਰ ਜ਼ਿਆਦਾ बढ़ते जाएगा। हालेलुया हालेलुया। अगर शैतान उस टाइम उस चीज ਦੇ ਉੱਤੇ ਹਾਵੀ ਹੁੰਦਾ ਹੈ ਤਾਂ ਸਾਨੂੰ ਇਹ ਚਾਹੀਦਾ ਕਿ ਅਸੀਂ ਉਸ ਨੂੰ ਕੰਟਰੋਲ ਕਰੀਏ। ਹਾਲੇਲੂਇਆ ਹਾਲੇਲੂਇਆ। ਉਸ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ ਜੋ ਸਾਨੂੰ ਲੱਗਦਾ ਹੈ ਕਿ ਸਾਡੀ ਲਾਈਫ ਦੇ ਵਿੱਚ ਅਚਾਨਕ ਆ ਚੁੱਕੀ ਹੈ। ਸਾਡੀ ਲਾਈਫ ਦੇ ਵਿੱਚ ਜਦੋਂ ਸ਼ੈਤਾਨ ਅਚਾਨਕ ਐਂਟਰੀ ਕਰਦਾ ਹੈ ਤਾਂ ਉਸ ਨੂੰ ਪਤਾ ਨਹੀਂ ਲੱਗਦਾ ਕਿ ਮੁਸੀਬਤ ਕਿੱਥੋਂ ਆ ਚੁੱਕੀ, ਲੇਕਿਨ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਪਰਮੇਸ਼ਰ ਦੇ ਦੁਆਰਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇੱਕ ਦੂਏ ਨਾਲ ਝੂਠ ਨਾ ਮਾਰੋ ਕਿ ਜੋ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹਨਾਂ ਦੀਆਂ ਕਰਨੀਆਂ ਸਣੇ ਲਾ ਸੁੱਟਿਆ ਹੈ। ਹਾਲੇਲੂਇਆ ਹਾਲੇਲੂਇਆ। ਅੱਗੇ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਦੇਖੋ ਤੁਸੀਂ ਇੰਨੇ ਬੁਰੇ ਬਣ ਚੁੱਕੇ ਹੋ, ਇੱਕ ਦੂਸਰੇ ਨਾਲ ਝੂਠ ਬੋਲਦੇ ਹੋ, ਤੁਸੀਂ ਸੱਚ ਨਹੀਂ ਬੋਲਦੇ, ਕਿਸੇ ਨੂੰ ਝੂਠ ਬੋਲ ਕੇ ਫਸਾ ਦਿੰਦੇ ਹੋ, ਧੋਖਾ ਦਿੰਦੇ ਹੋ। ਬਹੁਤ ਬੁਰੀ ਗੱਲ ਹੈ। ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਨਹੀਂ ਸਿਖਾਈ। ਪਰਮੇਸ਼ਰ ਦੇ ਵਚਨ ਦੇ ਅਨੁਸਾਰ 10 ਹੁਕਮ ਦੇ ਅਨੁਸਾਰ ਪਰਮੇਸ਼ਰ ਨੇ ਕਿਹਾ ਕਿ ਝੂਠ ਨਹੀਂ ਬੋਲੋਗੇ, ਕਿਸੇ ਨੂੰ ਧੋਖਾ ਨਹੀਂ ਦੋਗੇ। ਤੁਸੀਂ ਉਹੀ ਕੁਝ ਪਰਮੇਸ਼ਰ ਨੇ ਕਿਹਾ ਸਿੱਖਿਆ ਹੋਇਆ। ਤੁਹਾਡੇ ਅੰਦਰ ਜਿਹੜੀ ਪੁਰਾਣੀ ਇਨਸਾਨੀਅਤ ਆ ਉਸ ਨੂੰ ਆਪਣੇ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ ਹੈ। ਜੋ ਇਨਸਾਨੀਅਤ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਅੰਦਰ ਫੈਟ ਕੀਤੀ ਸੀਗੀ ਕਿ ਤੁਸੀਂ ਅੱਛੇ ਇਨਸਾਨ ਬਣਦੇ ਰਹੋਗੇ, ਲੇਕਿਨ ਨਹੀਂ, ਤੁਸੀਂ ਸਾਰਾ ਕੁਝ ਖਤਮ ਕਰ ਦਿੱਤਾ ਹੈ। ਉਸ ਨੂੰ ਪਰਮੇਸ਼ਰ ਕਹਿੰਦਾ ਜੋ ਖਤਮ ਕਰ ਦਿੱਤਾ ਹੈ ਉਸ ਨੂੰ ਦੁਬਾਰਾ ਆਪਣੇ ਅੰਦਰ ਲੈ ਕੇ ਆਓ। ਹਾਲੇਲੂਇਆ। ਅਗਰ ਤੁਸੀਂ ਕਿਸੇ ਨਾਲ ਨਫ਼ਰਤ ਕਰਦੇ ਹੋ ਤਾਂ ਨਫ਼ਰਤ ਦੀ ਜਗ੍ਹਾ ਉਸ ਨੂੰ ਪਿਆਰ ਕਰੋ। ਹਾਲੇਲੂਇਆ। ਚਾਹੇ ਕੋਈ ਤੁਹਾਡੇ ਨਾਲ ਕਿੰਨੀ ਵੀ ਕਿਉਂ ਨਫ਼ਰਤ ਕਰਦਾ ਹੋਵੇ, ਉਸ ਨੂੰ ਪਿਆਰ ਦੇ ਨਾਲ ਉਸ ਨੂੰ ਪਰਮੇਸ਼ਰ ਦੇ ਵਿੱਚ ਲੈ ਕੇ ਆਓ। ਉਸ ਨੂੰ ਦਿਖਾਓ ਕਿ ਉਹ ਜਿਹੜੀ ਨਫ਼ਰਤ ਆ ਉਹ ਸ਼ੈਤਾਨ ਵੱਲੋਂ, ਉਹ ਤੁਹਾਡੇ ਵੱਲੋਂ ਨਹੀਂ ਹੈ। ਹਾਲੇਲੂਇਆ ਹਾਲੇਲੂਇਆ। ਸੋ ਪਰਮੇਸ਼ਰ ਦਾ ਇਹ ਵਚਨ, ਪਰਮੇਸ਼ਰ ਆਪ ਸਭ ਨੂੰ ਜ਼ਿਆਦਾ ਬਲੈਸ ਕਰੇ। ਆਮੀਨ। ਹਾਲੇਲੂਇਆ।